ਦਿੱਲੀ ਬਾਰਡਰ ਤੇ 19 ਦਿਨ ਹੋ ਚੁੱਕੇ ਨੇ। ਕਿਸਾਨ ਆਪਣੇ ਹੋਂਦ ਵਜੂਦ ਭਵਿੱਖ ਤੇ ਨਸਲ ਤੇ ਫਸਲ ਦੀ ਖਾਤਰ ਸੈਂਟਰ ਸਰਕਾਰ ਨੂੰ ਕਹਿ ਕੇ ਥੱਕ ਗਿਆ ਕਿ ਜਿਹੜੇ ਤੁਸੀਂ ਬਿੱਲ ਪਾਸ ਕੀਤੇ ਨੇ, ਰੱਬ ਦਾ ਵਾਸਤਾ ਉਹ ਬਿੱਲ ਰੱਦ ਕਰ ਦਿਓ, ਕਿਉਂਕਿ ਇਹਦੇ ਨਾਲ ਸਾਡਾ ਭਲਾ ਨਹੀਂ ਹੋਣਾ, ਇਹਨਾਂ ਦੇ ਨਾਲ ਸਾਨੂੰ ਉਜਾੜਿਆ ਜਾਓਗੇ, ਅਸੀਂ ਉਜੜ ਜਾਵਾਂਗੇ। ਪਰ ਸੈਂਟਰ ਸਰਕਾਰ ਨਹੀਂ ਮੰਨ ਰਹੀ। ਇਸ ਸਮੇਂ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਸਿਰਸਾ, ਕੀ ਲੱਗਦਾ? ਉਹ ਕਹਿ ਰਹੇ ਕਿ ਕਿਸਾਨ ਜਿੱਦ ਤੇ ਜੀ, ਇਹਨਾਂ ਨੂੰ ਮੰਗ ਤੇ ਰਹਿਣਾ ਚਾਹੀਦਾ ਸੀ, ਬਿੱਲ ਨਹੀਂ ਰੱਦ ਹੋ ਸਕਦੇ। ਨਹੀਂ ਦੇਖੋ, ਮੈਂ ਨਹੀਂ ਸਮਝਦਾ ਕਿ ਕਿਸਾਨ ਜਿੱਦ ਕਰ ਰਿਹਾ ਹੈ। ਸਰਕਾਰ ਨੇ ਗੱਲ ਨੂੰ ਖੁਦ ਮੰਨਿਆ ਪਹਿਲਾਂ ਵੀ ਇਹ ਕਿਸਾਨੀ ਹਿੱਤਾਂ ਦੇ ਅੰਦਰ ਬਿੱਲ ਨੇ। ਠੀਕ ਆ, ਉਹਨਾਂ ਨੇ ਗੱਲ ਕਹੀ, ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਕਿਸਾਨਾਂ ਨੇ ਆ ਕੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਆਂਦਾ। ਕਿਸਾਨ ਜਥੇਬੰਦੀਆਂ ਨੇ ਉਹ ਸਾਰੇ ਬਿੱਲ ਅੰਦਰ ਜਿਹੜੀਆਂ ਕਮੀਆਂ ਸੀ ਉਹ ਕੱਢ ਕੇ ਦਿਖਾ ਦਿੱਤੀਆਂ। ਫਿਰ ਸਰਕਾਰ ਨੇ ਬਿਆਨ ਦੇ ਕੇ ਕਿਹਾ ਕਿ ਅਸੀਂ ਇਹ 'ਚ ਜਿਹੜੀਆਂ ਨੇ ਇਹਦੇ 'ਚ ਬਹੁਤ ਖਾਮੀਆਂ ਨੇ, ਉਹ ਅਸੀਂ ਖਾਮੀਆਂ ਦੂਰ ਕਰਾਂਗੇ। ਹੁਣ ਜਦੋਂ ਸਰਕਾਰ ਮੰਨ ਗਈ ਕਿ ਅਸੀਂ ਖਾਮੀਆਂ ਨੇ, ਫਿਰ ਇਹਦਾ ਮਤਲਬ ਹੋ ਗਿਆ ਕਿ ਸਰਕਾਰ ਦੀ ਜਿਹੜੀ ਪਹਿਲੀ ਸਟੇਟਮੈਂਟ ਸੀ ਉਹ ਗਲਤ ਸੀਗੀ। ਤੇ ਜਦੋਂ ਹੁਣ ਦੂਜੀ ਸਟੇਟਮੈਂਟ ਦੇ ਰਹੇ ਨੇ ਉਹ ਕਿ ਸਾਡੀਆਂ ਖਾਮੀਆਂ ਅਸੀਂ ਠੀਕ ਕਰਾਂਗੇ, ਤੇ ਫਿਰ ਸਰਕਾਰ ਜਦੋਂ ਕਿਸਾਨ ਕਹਿ ਰਿਹਾ ਬਿੱਲ ਰੱਦ ਕਰ ਦਿਓ, ਇਹ ਖਾਮੀਆਂ ਅਸੀਂ ਠੀਕ ਨਹੀਂ ਕਰਾਉਣ, ਇਹ 'ਚ ਕੀ ਗਲਤ ਆ? ਇਹ ਕੋਈ ਜਿੱਦ ਤੇ ਹੈ ਨਹੀਂ, ਇਹ ਤੇ ਸਗੋਂ ਉਹਨਾਂ ਨੇ ਸਰਕਾਰ ਦਾ ਸੌਖਾ ਕੰਮ ਕਰਤਾ। ਸਰਕਾਰ ਕਹਿ ਰਹੀ ਸੀ ਕਮੀਆਂ ਨੇ, ਉਹ ਕਮੀਆਂ ਦਿਖਾ ਦਿੱਤੀਆਂ। ਮੈਨੂੰ ਲੱਗਦਾ ਕਿ ਬਿੱਲ ਮਾਫ ਕਰ ਜਿਹੜੇ ਰੱਦ ਕਰ ਦੇਣੇ ਚਾਹੀਦੇ। ਬਿਲਕੁਲ ਜੀ, ਮਨਜਿੰਦਰ ਸਿੰਘ ਸਿਰਸਾ ਜਿਹੜੇ ਹਰਿਆਣਾ ਤੋਂ ਕਿਸਾਨ ਨੇਤਾ ਨੇ, ਗੁਰਨਾਮ ਸਿੰਘ ਚੜੂਨੀ, ਉਹਨਾਂ ਦਾ ਸਿਰੋਪਾ ਪਾ ਕੇ ਉਹਨਾਂ ਦਾ ਮਾਣ ਵਧਾ ਰਹੇ ਨੇ, ਕਿਉਂਕਿ ਇਹਨਾਂ ਦੀ ਵੀ ਕਰਕੇ ਜਿਹੜੇ ਪੰਜਾਬ ਦੇ ਲੋਕ ਪਹੁੰਚੇ ਹੈਗੇ ਨੇ, ਤੇ ਉਹ ਗੁਰਨਾਮ ਸਿੰਘ ਚੜੂਨੀ ਕਰਕੇ ਪਹੁੰਚੇ ਹੈਗੇ ਨੇ। ਤੇ ਸਰਕਾਰ ਜੇ ਲੋਕ ਚਾਹੁੰਦੇ ਨੇ, ਲੋਕਾਂ ਵਾਸਤੇ ਹੁੰਦੀ ਆ, ਤੇ ਫਿਰ ਬਿੱਲ ਵਾਪਸ ਲੈਣ 'ਚ ਸਰਕਾਰ ਦੀ ਕੀ ਨੁਕਸਾਨ ਕੀ ਹੋ ਜਾਏਗਾ ਜੀ? ਨਹੀਂ ਦੇਖੋ, ਮੈਨੂੰ ਲੱਗਦਾ ਕਿ ਉਲਟੀ ਗੱਲ ਆ ਜਿਹੜੀ ਸਰਕਾਰ ਕਹਿ ਰਿਹਾ ਕਿ ਕਿਸਾਨ ਜਿੱਦ ਤੇ। ਮੈਨੂੰ ਨਹੀਂ ਲੱਗਦਾ ਕਿ ਕਿਸਾਨ ਜਿੱਦ ਕਰ ਰਿਹਾ। ਦੇਖੋ, ਅਗਰ ਕਿਸਾਨ ਜਿੱਦ ਕਰਦਾ ਆਪਾਂ ਤਾਂ ਕਹਿੰਦੇ, ਕਿਸਾਨ ਕਹਿੰਦਾ 3 ਬਿੱਲ ਰੱਦ ਕਰੋ, ਸਰਕਾਰ ਕਹਿੰਦੀ ਕਰਤਾ, ਫਿਰ ਕਿਸਾਨ ਕਹਿੰਦੇ ਚੌਥਾ ਬਿੱਲ ਰੱਦ ਕਰੋ, ਇੱਕ ਹੋਰ ਅਸੀਂ ਕੱਢ ਲਿਆਂਦਾ, ਫਿਰ ਆਪਾਂ ਕਹਿੰਦੇ ਯਾਰ ਕਿਸਾਨ ਜਿੱਦ ਤੇ ਆ। ਕਿਸਾਨ ਪਹਿਲੇ ਦਿਨ ਤੋਂ ਜਦੋਂ ਪੰਜਾਬ ਤੋਂ ਚੱਲਿਆ, ਹਰਿਆਣਾ ਤੋਂ ਚੱਲਿਆ, ਇਹ ਪ੍ਰਧਾਨ ਜੀ ਚੱਲੇ ਨੇ, ਕੀ ਕਹਿ ਕੇ ਚੱਲੇ ਨੇ ਕਿ ਕਿਸਾਨੀ ਬਿੱਲ ਮਾੜੇ ਨੇ, ਅਸੀਂ ਉਹਨਾਂ ਨੂੰ ਰੱਦ ਕਰਾਉਣਾ, ਇਹੀ ਤਾਂ ਕਹਿ ਕੇ ਚੱਲੇ ਨੇ। ਜਦੋਂ ਇਹੀ ਕਹਿ ਕੇ ਚੱਲੇ, ਪਹਿਲਾਂ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ, ਤੁਸੀਂ ਖਾਈਆਂ ਪੁੱਟ ਕੇ ਰੋਕਿਆ, ਨਹੀਂ ਰੁਕਿਆ, ਫਿਰ ਤੁਸੀਂ ਕਿਹਾ ਦਿੱਲੀ 'ਚ ਕਰੋਨਾ ਹੈ। ਹੁਣ ਕਿਸਾਨ ਬਾਰਡਰ ਤੇ ਆ ਕੇ ਬਹਿ ਗਿਆ, ਕਹਿੰਦਾ ਅਸੀਂ ਦਿੱਲੀ 'ਚ ਨਹੀਂ ਵੜਨਾ, ਉੱਥੇ ਕਰੋਨਾ ਹੈ। ਤੁਹਾਡੀ ਗੱਲ ਉਹ ਵੀ ਮੰਨ ਲਈ, ਤੁਸੀਂ ਕਹਿੰਦੇ ਸੀ ਕਰੋਨਾ ਹੈ ਨਾ, ਹੁਣ ਤੁਸੀਂ ਕਹਿੰਦੇ ਜੀ ਦਿੱਲੀ ਆ ਜਾਓ। ਫਿਰ ਕਿਸਾਨ ਨੇ ਕਿਹਾ ਭਾਈ ਹੁਣ ਅਸੀਂ ਇੱਥੇ ਬੈਠੇ ਹਾਂ। ਫਿਰ ਤੁਸੀਂ ਕਿਹਾ ਜੀ ਕਿਸਾਨ ਜਿਹੜਾ ਅਲਗਾਵਾਦੀ ਆ, ਕਿਸਾਨ ਜਿਹੜਾ ਆਤੰਕਵਾਦੀ ਆ, ਕਿਸਾਨ ਖਾਲਿਸਤਾਨੀ ਆ, ਕਿਸਾਨ ਨੈਕਸਲਾਈਟ ਆ, ਕਿਸਾਨ ਲਾਲ ਝੰਡੇ ਥੱਲੇ ਆ, ਕਿਸਾਨ ਪੀਲੇ ਝੰਡੇ ਥੱਲੇ ਆ। ਫਿਰ ਤੁਸੀਂ ਇਹ ਡਰਾਮਾ ਸ਼ੁਰੂ ਕਰਤਾ। ਪਹਿਲਾਂ ਸਰਕਾਰ ਆਪਣੇ ਮਨ ਤੇ ਬਣਾ ਲੇ ਕਿ ਕਿਸਾਨ ਹੈ ਕੌਣ। ਜੇ ਕਿਸਾਨ ਅਲਗਾਵਾਦੀ ਆ ਤਾਂ ਫਿਰ ਸਰਕਾਰ ਉਹਦੇ ਨਾਲ ਗੱਲ ਕਿਉਂ ਕਰਦੀ ਪਈ ਆ? ਫਿਰ ਤੁਸੀਂ ਕਿਹਾ ਸਾਡੇ ਬਿੱਲ ਬਹੁਤ ਵਧੀਆ, ਸਾਡੇ ਨਾਲ ਗੱਲਬਾਤ ਕਰਨ। ਮੈਨੂੰ ਯਾਦ ਆ ਕਿ ਇਹਨਾਂ ਦੇ ਕ੍ਰਿਸ਼ੀ ਮੰਤਰੀ ਜੀ ਨੇ ਕਿਉਂ ਜੀ ਇਹੀ ਗੱਲ ਕਹਿ ਸਾਡੇ ਨਾਲ ਗੱਲਬਾਤ ਕਰਨ। ਇਹਨਾਂ ਨੇ ਜਾ ਕੇ ਬਿੱਲ ਸਾਬਤ ਕਰਤਾ, ਗੱਲਬਾਤ 'ਚ ਸਾਬਤ ਕੀਤਾ ਨਾ, ਵਿਗਿਆਨ ਭਵਨ 'ਚ ਬਹਿ ਕੇ ਸਾਬਤ ਕੀਤਾ, ਇੱਕ ਚੀਜ਼ ਪੜ੍ਹਾ ਕੇ ਸਾਬਤ ਕੀਤਾ। ਫਿਰ ਉਹਨਾਂ ਨੇ ਇਹ ਗੱਲ ਮੰਨ ਲਈ ਸਾਡੇ ਬਿੱਲਾਂ 'ਚ ਕਮੀਆਂ ਨੇ। ਜਦੋਂ ਇਹਨਾਂ ਦੇ ਬਿੱਲਾਂ 'ਚ ਕਮੀਆਂ ਮੰਨ ਲਈਆਂ, ਹੁਣ ਇਹ ਕਹਿੰਦੇ ਨੇ ਵੀ ਸਾਡੀ 1000 ਮਿਲੀਲੀਟਰ ਜ਼ਹਿਰ ਸੀਗਾ, ਇਹਦੇ 'ਚੋਂ ਅਸੀਂ 950 ਮਿਲੀਲੀਟਰ ਕੱਢ ਲਿਆ, ਤੇ ਸ਼ੀਸ਼ੀ ਜ਼ਹਿਰ ਵਾਲੀ ਆ, ਬਾਕੀ ਹੁਣ ਅਸੀਂ ਠੀਕ ਕਰ ਦਿੱਤਾ। ਤੇ ਫਿਰ ਭਈਆ 50 ਮਿਲੀਲੀਟਰ ਵੀ ਕਿਉਂ ਦੇਣਾ? ਜੋ ਤੁਸੀਂ ਮੰਨ ਹੀ ਗਏ ਜੇ ਜ਼ਹਿਰ ਹੈ, ਤੇ ਫਿਰ ਸ਼ੀਸ਼ੀ ਨੂੰ ਤੋੜੋ ਪਰਾਂ, ਇਸ ਗੰਦ ਨੂੰ ਪਰਾਂ ਸੁੱਟੋ। ਲੇਕਿਨ ਸਰਕਾਰ ਨੇ ਜਿਹੜੇ ਬਾਰ-ਬਾਰ ਹੱਥਕੰਡੇ ਅਪਣਾ ਰਹੀ ਆ, ਉਹ ਠੀਕ ਨਹੀਂ। ਹੁਣ ਸਰਕਾਰ ਇਸ ਅੰਦੋਲਨ ਨੂੰ ਦਬਾਉਣ ਵਾਲੇ ਰਸਤਾ ਲੱਭਣ ਲੱਗ ਪਈ ਆ। ਪਹਿਲੇ ਰਸਤਾ ਤਾਂ ਪਹਿਲੇ ਦਿਨ ਤੋਂ ਲੱਭਦੀ ਪਈ ਸੀਗੀ, ਲੇਕਿਨ ਸਰਕਾਰ ਨੂੰ ਇਹ ਨਹੀਂ ਉਮੀਦ ਸੀ ਕਿ ਅੰਦੋਲਨ ਜਨ ਅੰਦੋਲਨ ਬਣ ਜੂਗਾ। ਹੁਣ ਜਨ ਅੰਦੋਲਨ ਬਣ ਗਿਆ। ਹੁਣ ਉਹ ਕਹਿੰਦੇ ਨੇ ਕਦੀ ਅਲਗਾਵਾਦੀ ਕਹਿ ਕੇ ਤੋੜਨਾ ਚਾਹੁੰਦੇ ਨੇ। ਹਾਂ, ਜਦੋਂ ਤੁਸੀਂ ਲੱਖਾਂ ਲੋਕ ਬੈਠੇ ਨੇ, ਕੋਈ ਨਾ ਕੋਈ ਸ਼ਰਾਰਤ ਵੀ ਕਰੇਗਾ, ਸੁਭਾਵਿਕ। ਮੈਂ ਇਹਨਾਂ ਦਾ ਬਿਆਨ ਕੋਈ ਮੇਰਾ ਖਿਆਲ 2 ਦਸੰਬਰ ਜਾਂ 3 ਦਸੰਬਰ ਦੇ ਆਸ-ਪਾਸ ਮੈਂ ਸੁਣਿਆ ਸੀ। ਮੈਂ ਬਹੁਤ ਚੰਗੀ ਵੀਡੀਓ ਨੇ ਸੁਣੀ, ਔਰ ਮੈਂ ਆਪਣੀ ਵਾਈਫ ਨੂੰ ਵੀ ਦਿਖਾਈ। ਇਹਨਾਂ ਨੇ ਬੜੀ ਵਧੀਆ ਉਹ 'ਚ ਗੱਲਾਂ ਕਹੀਆਂ ਵੀ ਅੱਜ ਮੈਂ ਸੁਣ ਰਿਹਾ ਸੀ ਇਹਨਾਂ ਨੂੰ ਵੀ ਸਾਡੀਆਂ ਅਸੀਂ ਕੌਣ ਆ, ਅਸੀਂ ਕਿਵੇਂ ਛੱਡ ਦਿਓ। ਅੱਜ ਵਿਸ਼ੇ ਅਸੀਂ ਕਿਸਾਨ ਆ, ਨਾ ਅਸੀਂ ਧਰਮ ਨੂੰ ਲੈ ਕੇ ਆਏ ਹਾਂ, ਨਾ ਅਸੀਂ ਜ਼ਾਤ ਨੂੰ ਲੈ ਕੇ ਆਏ, ਨਾ ਸੂਬੇ ਨੂੰ ਲੈ ਕੇ ਆਏ, ਅਸੀਂ ਸਿਰਫ ਕਿਸਾਨੀ ਲੈ ਕੇ ਆਏ ਹਾਂ। ਹੁਣ ਕੋਈ ਸ਼ਰਾਰਤ ਕਰਕੇ ਕੋਈ ਕੰਮ ਕਰਦਾ ਹੈ ਤੇ ਤੁਸੀਂ ਉਹਨੂੰ ਦਿਖਾ ਕੇ ਉਹਨਾਂ ਨੂੰ ਨੈਗੇਟਿਵ ਦਿਖਾਓਗੇ, ਇਹ ਗਲਤ ਆ। ਲੜਾਈ ਕਿਸਾਨੀ ਦੀ ਔਰ ਸਰਕਾਰ ਦੀ ਆ। ਸਰਕਾਰ ਇਹ ਮੰਨ ਚੁੱਕੀ ਆ ਬਿੱਲ ਗਲਤ ਨੇ, ਲੇਕਿਨ ਸਰਕਾਰ ਬੇਇੱਜ਼ਤ ਆ। ਸਰਕਾਰ ਇਹ ਬਿੱਲਾਂ ਨੂੰ ਰੱਦ ਨਹੀਂ ਕਰਨਾ ਚਾਹੁੰਦੀ। ਕਿਉਂ ਨਹੀਂ ਕਰਨਾ ਚਾਹੁੰਦੀ? ਇਹ ਤਾਂ ਸਰਕਾਰੀ ਸਫਾਈ ਦੇ ਸਕਦੇ ਆ। ਇਹਦਾ ਮਤਲਬ ਹੈ ਕਿ ਬੀਜੇਪੀ ਸਰਕਾਰ ਕਹਿੰਦੀ ਵੀ ਅਸੀਂ ਨਹੀਂ ਝੁਕ ਸਕਦੇ, ਸਾਡੇ ਖੂਨ 'ਚ ਨਹੀਂ ਹੈਗਾ। ਨਹੀਂ ਦੇਖੋ, ਮੈਂ ਇੰਨਾ ਦੂਰ ਤੱਕ ਨਹੀਂ ਜਾਊਂਗਾ, ਕੱਲ੍ਹ ਨੂੰ ਪਤਾ ਝੁਕਣਾ ਹੀ ਪੈਣਾ ਅਜੇ ਤਾਂ ਉਹਨਾਂ ਨੂੰ। ਪਰ ਮੇਰਾ ਇਹ ਜ਼ਰੂਰ ਉਹਨਾਂ ਨੂੰ, ਜੇ ਕੋਈ ਸਲਾਹ ਦੇਖਦਾ ਹੋਵੇ ਤਾਂ ਮੈਂ ਜ਼ਰੂਰ ਉਹਨਾਂ ਨੂੰ ਦੇਣਾ ਚਾਹੁੰਦਾ। ਗੱਲ ਝੁਕਣ ਦੀ ਨਹੀਂ ਹੋ ਰਹੀ, ਇਹ ਗਲਤ ਆ। ਝੁਕਣ ਦੀ ਆਪਾਂ ਤਾਂ ਗੱਲ ਕਹਿੰਦੇ ਜੇਕਰ ਕਿਸਾਨ ਆਪਣੀ ਮੰਗ ਤੋਂ 1 ਇੰਚ ਵੀ ਅੱਗੇ ਵੱਧ ਕੇ ਗੱਲ ਕਰਦਾ, ਫਿਰ ਆਪਾਂ ਕਹਿੰਦੇ ਝੁਕਾਉਣ ਨੂੰ ਆਏ ਨੇ। ਨਹੀਂ, ਇਹ ਤਾਂ ਪਹਿਲਾਂ ਹੀ ਬਾਰ-ਬਾਰ ਕਹਿੰਦੇ ਜਾ ਕੇ ਝੁਕਣ ਨੂੰ ਤਿਆਰ ਨੇ। ਇਹ ਕਹਿੰਦੇ ਵੀ ਅਸੀਂ ਹੱਥ ਜੋੜਦੇ ਨੇ, ਬਿੱਲ ਵਾਪਸ ਕਰ ਦਿਓ। ਝੁਕਣ ਦੀ ਗੱਲ ਨਹੀਂ ਹੈਗੀ। ਸਰਕਾਰ ਦੀ ਜੋ ਮੈਂ ਸਮਝ ਪਾ ਰਿਹਾ,
ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਗਲਤ ਕੰਮ ਅਸੀਂ ਕਰ ਬੈਠੇ ਹਾਂ, ਜੇ ਅਸੀਂ ਬਿੱਲ ਵਾਪਸ ਲੈ ਲੇ ਤੇ ਗਾਂ ਰੋਜ਼ ਨਵੇਂ ਬਿੱਲ ਵਾਪਸ ਲੈਣੇ ਪਿਆ ਕਰਨਗੇ, ਜੋ ਮੈਂ ਉਹਨਾਂ ਦੀ ਭਾਵਨਾ ਨੂੰ ਸਮਝ ਰਿਹਾ। ਇੱਕ ਗੱਲ। ਦੂਜੀ ਗੱਲ, ਸਰਕਾਰ ਇਹ ਵੀ ਦੱਸਣਾ ਚਾਹੁੰਦੀ ਆ, ਕਿਉਂਕਿ ਸਰਕਾਰ ਦੇ ਵੱਡੇ ਮੰਤਰੀਆਂ ਨੇ, ਸਰਕਾਰ ਨੇ, CM ਨੇ ਟੀਵੀਆਂ ਤੇ ਜਾ ਕੇ ਅੱਧਾ ਘੰਟਾ ਇਹਦਾ ਪ੍ਰਚਾਰ ਕਰ ਲਿਆ। ਬਹੁਤ ਵਧੀਆ ਰੋਜ਼ ਆ ਰਹੇ। ਮੈਂ ਅੱਜ ਇੱਕ TV ਚੈਨਲ ਤੋਂ ਹੁਣੇ ਗੱਲ ਕਰ ਰਿਹਾ ਸੀ, ਮੈਂ ਕਿਹਾ ਤੂੰ ਇੱਕ ਕੰਮ ਕਰੋ, ਤੁਸੀਂ ਸਾਰੇ ਮੰਤਰੀ ਬੋਲਦੇ ਨੇ, ਇਹਨਾਂ ਨੂੰ ਇੱਕ ਮੰਤਰੀ ਬੁਲਾ ਦਿਆ ਕਰੋ, ਇੱਕ ਇਹਨਾਂ ਦੀ ਐਸੋਸੀਏਸ਼ਨ ਦਾ ਪ੍ਰਧਾਨ ਬੁਲਾ ਦਿਓ, ਜਥੇਬੰਦੀ ਦਾ, ਤੇ ਲੋਕਾਂ ਨੂੰ ਦੇਖ ਲੈਣ ਤਾਂ ਸੱਚਾਈ ਪਤਾ ਲੱਗ ਜੂਗੀ। ਸੀਤਾਰਮਣ ਬੋਲ ਗਈ, ਗਡਕਰੀ ਬੋਲ ਗਿਆ, ਵਰਮਾ ਬੋਲ ਗਿਆ, ਕਿਹੜਾ ਦੇਸ਼ ਦਾ ਮੰਤਰੀ ਆ, ਕਿਹੜਾ ਮੁੱਖ ਮੰਤਰੀ ਆ ਜਿਹੜਾ ਕਿਸਾਨ ਬਿੱਲ ਤੇ ਨਹੀਂ ਬੋਲਿਆ? ਕਿਉਂਕਿ TV ਤੁਹਾਡੇ ਨੇ, ਚੈਨਲ ਤੁਹਾਡੇ ਨੇ, ਤੁਸੀਂ ਇੱਕ ਕੰਮ ਕਰੋ, ਇਹ 'ਚੋਂ ਅੱਧਾ ਟਾਈਮ ਕਿਸਾਨ ਨੂੰ ਦੇ ਦਿਓ। ਜੇ ਤੁਹਾਡੇ ਵੱਲ ਕੋਈ ਦੇਖ ਜੇ ਤੁਹਾਡਾ ਬਿੱਲ ਤੇ ਛੱਡੋ, ਜੇ ਬਿੱਲ ਦੀ ਫੋਟੋ ਕਾਪੀ ਵੱਲ ਵੀ ਵੇਖ ਜੇ ਤਾਂ ਕਿਉਂ ਜੇ ਆ ਕੇ। ਹੁਣ ਇਹ ਥੋੜਾ ਕਿ ਜੇ ਤੁਹਾਡੇ ਕੋਲ ਜੰਤਰ ਤੰਤਰ ਵੱਡਾ ਹੈ ਤੇ ਤੁਸੀਂ ਸਭ ਦਾ ਗਲ ਘੁੱਟ ਦੋਗੇ। ਇਹ ਗਲ ਘੁੱਟਣ ਵਾਸਤੇ ਥੋੜਾ ਤੁਹਾਨੂੰ ਜੰਤਰ ਤੰਤਰ ਮਿਲਿਆ, ਇਹ ਤੇ ਲੋਕਾਂ ਦੀ ਆਵਾਜ਼ ਵਾਸਤੇ ਮਿਲਿਆ, ਔਰ ਤੁਸੀਂ ਆਵਾਜ਼ ਦਬਾਉਣਾ ਚਾਹ ਰਹੇ ਜੇ। ਤੁਸੀਂ ਕਹੇ ਕਿ ਉਹਨਾਂ ਨੂੰ ਇਹ ਡਰ ਹੈ ਵੀ ਕੱਲ੍ਹ ਨੂੰ ਲੋਕ ਇਕੱਠੇ ਹੋਣਗੇ ਤੇ ਬਿੱਲ ਵਾਪਸ ਹੋਣਗੇ, ਤੇ ਜਦ ਲੋਕ ਸਰਕਾਰ ਚਾਹੁੰਦੇ ਤੇ ਲੋਕਾਂ ਦੀ ਵੀ ਤੇ ਜ਼ਿੰਮੇਵਾਰੀ ਹੈ ਵੀ ਬਿੱਲ ਤੁਹਾਡੇ ਮਾੜੇ ਨੇ। ਇਹਦੇ 'ਚ ਪੋਲੀਟੀਕਲ ਪਾਰਟੀ ਕਿਉਂ ਸੋਚ ਰਹੀ BJP ਕਿ ਕੱਲ੍ਹ ਨੂੰ 4 ਬੰਦੇ ਇਕੱਠੇ ਹੋਣਗੇ ਫਿਰ ਕਹਿਣਗੇ ਬਿੱਲ ਵਾਪਸ ਕਰ ਦਿਓ? ਮੇਰੀ ਐਂਟੀਸਪੇਸ਼ਨ ਆ, ਜੋ ਮੈਂ ਸਭ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਦਾ, ਅਖਬਾਰਾਂ 'ਚ ਬਿਆਨ ਸੁਣਦਾ ਪਿਆ, ਟੀਵੀਆਂ ਤੇ ਸੁਣਦਾ ਪਿਆ, ਮੈਨੂੰ ਕਿਹੜਾ ਪਤਾ ਕਿਹੜਾ ਦੱਸਣ ਆਏ ਨੇ। ਮੈਂ ਸੋਚਦਾ ਹਾਂ ਕਿ ਉਹਨਾਂ ਦੇ ਮਨ 'ਚ ਇਹ ਤੇ ਗੱਲ ਉਹ ਮੰਨ ਚੁੱਕੇ ਨੇ। ਇਹ ਤੇ ਜਦੋਂ ਇਹਨਾਂ ਨੂੰ ਵੀ ਦੱਸਿਆ, ਜਦੋਂ ਗ੍ਰਹਿ ਮੰਤਰੀ ਨਾਲ ਮੀਟਿੰਗ ਹੋਈ ਆ, ਉੱਥੇ ਵੀ ਉਹਨੇ ਮੰਨਿਆ ਕਿ ਕਮੀਆਂ ਹੈਗੀਆਂ ਨੇ। ਜੇ ਕਮੀਆਂ ਨਹੀਂ ਹੈਗੀਆਂ ਸੀ ਤੇ ਫਿਰ ਮੰਤਰੀ ਨੇ ਕਿਉਂ ਕਿਹਾ ਅਸੀਂ ਇਹਨਾਂ ਦੇ ਜਿਹੜੀਆਂ ਦਰੁਸਤ ਕਰਨ ਨੂੰ ਤਿਆਰ ਹਾਂ। ਤਾਂ ਜਦੋਂ ਸਰਕਾਰ ਪਹਿਲੀ ਇੱਕ ਲਾਈਨ ਤੇ ਗੱਲ ਖਤਮ ਹੋ ਜਾਂਦੀ ਆ, ਜਦੋਂ ਸਰਕਾਰ ਦੀਆਂ ਇੰਨੀਆਂ ਅਸ਼ੋਰੈਂਸਾਂ ਦੇ ਬਾਵਜੂਦ ਸਰਕਾਰ ਨੇ ਖੁਦ ਮੰਨ ਲਿਆ ਕਿ ਬਿੱਲਾਂ 'ਚ ਖਾਮੀ ਆ, ਉਦੋਂ ਬਾਅਦ ਸਰਕਾਰ ਨੂੰ ਮੋਰਲ ਰਾਈਟ ਨਹੀਂ ਰਹਿ ਜਾਂਦਾ ਇਹ ਗੱਲ ਕਹਿਣ ਦਾ ਕਿ ਅਸੀਂ ਇਹ 'ਚ ਅਮੈਂਡਮੈਂਟ ਕਰਦੇ ਹਾਂ। ਮੋਰਲ ਰਾਈਟ ਨਹੀਂ ਰਹਿ ਜਾਂਦਾ। ਹੁਣ ਹਰਜੀਤ ਸਿੰਘ ਗਰੇਵਾਲ ਔਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਕਹਿ ਰਹੇ ਨੇ ਕਿ ਕਿਸਾਨੀ ਸੰਘਰਸ਼ ਖਤਮ ਕਰਨ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਉਣ ਅੱਗੇ, ਕੈਪਟਨ ਅਮਰਿੰਦਰ ਸਿੰਘ ਅੱਗੇ ਆਉਣ। ਨਹੀਂ ਦੇਖੋ, ਮੈਨੂੰ ਨਹੀਂ ਪਤਾ ਉਹਨਾਂ ਦੇ ਲੈਵਲ ਦੀਆਂ ਗੱਲਾਂ ਨੇ, ਪਰ ਮੈਂ ਸਮਝਦਾ ਕਿ ਜੋ ਕੰਮ ਹੋ ਰਿਹਾ ਉਹਦੇ ਨਾਲ ਨਾ ਕਨਫਿਊਜ਼ਨ ਕ੍ਰੀਏਟ ਹੋਊਗੀ। ਮੈਂ ਸਮਝਦਾ ਕਿ ਕਨਫਿਊਜ਼ ਕੀਤਾ ਜਾਊਗਾ, ਇਹ ਗੱਲ ਚੰਗੀ ਨਹੀਂ ਹੋਣੀ। ਇਹਨਾਂ ਦਾ ਅੰਦੋਲਨ ਆ, ਕਿਸਾਨਾਂ ਦਾ ਅੰਦੋਲਨ ਆ, ਕਿਸਾਨ ਲੜਾਈ ਲੜਦਾ ਪਿਆ। BJP ਕਹਿ ਰਹੀ ਹੈਗੀ ਕਿ ਵੱਡੇ ਨੇਤਾ ਅੱਗੇ ਹੋਣੇ ਚਾਹੀਦੇ, ਕਨਫਿਊਜ਼ ਕਰਨਗੇ। ਮੈਂ ਨਹੀਂ ਸਮਝਦਾ। ਮਨਜਿੰਦਰ ਸਿੰਘ ਸਿਰਸਾ ਜੀ ਨੇ ਕਿਹਾ ਕਿ ਕਨਫਿਊਜ਼ ਕਰਨਗੇ। ਇਸ ਸਮੇਂ ਸਾਡੇ ਨਾਲ ਗੁਰਨਾਮ ਸਿੰਘ ਚੜੂਨੀ ਵੀ ਹਰਿਆਣਾ ਤੋਂ ਕਿਸਾਨ ਨੇਤਾ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਅਸੀਂ ਕੱਲ ਕੇਂਦਰੀ ਮੰਤਰੀ ਨਾਲ ਚੜੂਨੀ ਸਾਹਿਬ ਗੱਲ ਕੀਤੀ, ਸੋਮ ਪ੍ਰਕਾਸ਼ ਨਾਲ। ਉਹ ਕਹਿ ਰਹੇ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਤੱਕ ਸੀਮਿਤ ਰਹਿਣਾ ਚਾਹੀਦਾ ਹੈ, ਅੱਗੇ ਨਹੀਂ ਵਧਣਾ ਚਾਹੀਦਾ। ਅਸੀਂ ਤੇ ਅੱਗੇ ਵਧੇ ਹੀ ਨਹੀਂ। ਅਸੀਂ ਕਿਹੜੀ ਮੰਗ 'ਚ ਅੱਗੇ ਵਧੇ? ਅਸੀਂ ਜਿੰਨੀਆਂ ਹੈ ਲੈ ਕੇ ਆਏ ਸੀ ਓਨੀਆਂ ਹੀ ਨੇ, ਸਗੋਂ ਵੱਧ ਜਾਣਾ ਚਾਹੀਦਾ ਹੈ। ਕਿਸਾਨਾਂ ਦੀ ਮੰਗਾਂ 'ਚ ਅੱਗੇ ਵੱਧ ਜਾਣਾ ਚਾਹੀਦਾ ਹੈ, ਕਿਉਂਕਿ ਹੁਣ ਕਿਹੜਾ ਇਸਰਾਫਤ ਨਾਲ ਦੇ ਰਹੇ ਨੇ, ਹੁਣ ਕਿਹੜਾ ਮੰਗਿਆ ਦੇ ਰਹੇ ਨੇ। ਹੁਣ ਤੇ ਅਸੀਂ ਇਹਨਾਂ ਦੀ ਛਾਤੀ ਤੇ ਬਹਿ ਗਏ ਆ, ਹੁਣ ਤੇ ਖੋਹਣ ਵਾਲੀ ਗੱਲ ਹੋ ਗਈ। ਹੁਣ ਤੇ ਸਾਨੂੰ ਉਹ ਵੀ ਮਨਵਾ ਲੈਣੀਆਂ ਚਾਹੀਦੀਆਂ ਸੀ ਜਿਹੜੀ ਸਾਨੂੰ ਤਕਲੀਫ ਦੇ ਰਹੀਆਂ ਨੇ, ਪਰ ਅੰਦੋਲਨ ਦੇ 'ਚ ਅਸੀਂ ਲੈ ਕੇ ਨਹੀਂ ਚਲੇ। ਹੁਣ ਤੇ ਉਹ ਵੀ ਮਨਵਾ ਲੈਣੀਆਂ ਚਾਹੀਦੀਆਂ, ਪਰ ਅਸੀਂ ਵਧੇ ਨਹੀਂ ਅੱਗੇ। ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਨੇ ਸਰਕਾਰ ਵੱਲੋਂ ਕਿ ਬਿੱਲ ਬਹੁਤ ਵਧੀਆ ਜੀ, ਆਹ ਬਿੱਲ ਆ, ਉਹਦੇ ਆਹ ਜੀ ਸਭ ਕੁਝ। ਦੇਖੋ, ਹਰਿਆਣੇ 'ਚ 3 ਅਭਿਆਨ ਚਲਾ ਚੁੱਕੇ। ਪਹਿਲਾ ਅਭਿਆਨ ਇਹਨਾਂ ਨੇ ਚਲਾਇਆ ਸਾਰੇ ਜੋ ਪ੍ਰੈਸ ਕਾਨਫਰੰਸਾਂ ਕਰਕੇ ਨੇ ਸਾਰਿਆਂ ਨੂੰ, ਜਿਹੜੇ ਇਹ ਨੇਤਾਵਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ, ਪਰ ਲੋਕਾਂ ਦੀ ਸਮਝ 'ਚ ਨਹੀਂ ਆਇਆ। ਦੂਜਾ ਇਹਨਾਂ ਨੇ ਅਭਿਆਨ ਚਲਾਇਆ, ਹਰ MLA ਹਲਕੇ 'ਚ ਇਹਨਾਂ ਨੇ ਕਈ ਕਿਸਾਨ ਸੈਮੀਨਾਰ ਕੀਤੇ। ਸਾਰੇ ਨੇਤਾ ਆਏ, ਸੈਂਟਰ ਤੋਂ ਵੀ ਨੇਤਾ ਆਏ, ਪਰ ਲੋਕਾਂ ਦੀ ਸਮਝ 'ਚ ਨਹੀਂ ਆਇਆ। ਤੀਜਾ ਅਭਿਆਨ ਇਹਨਾਂ ਨੇ ਚਲਾਇਆ, ਟਰੈਲੀਆਂ ਦੀ ਯਾਤਰਾ ਕੀਤੀ, ਟਰੈਕਟਰਾਂ ਦੀ। ਉਹ ਫਿਰ ਵੀ ਲੋਕਾਂ ਦੀ ਸਮਝ 'ਚ ਨਹੀਂ ਆਇਆ, ਸਗੋਂ ਲੋਕਾਂ ਨੇ ਵਿਰੋਧ ਕੀਤਾ। ਹੁਣ ਇਹ ਫਿਰ ਕਹਿ ਰਹੇ ਨੇ ਵੀ ਅਸੀਂ 7000 ਜਿਹੜਾ ਹੈ ਜੀ ਚਪਾਲਾਂ ਲਾਉਣਗੇ। 700 ਕੇ 7000 ਪੰਜਾਬ ਹਰਿਆਣਾ ਹੀ ਟਾਰਗੇਟ ਉਹਨਾਂ ਦਾ। ਸਾਰੇ ਦੇਸ਼ 'ਚ ਜਿਹੜਾ ਹੈ ਉਹ ਚੌਪਾਲਾਂ ਲਾਣਗੇ, ਕਿਸਾਨ ਚੌਪਾਲਾਂ ਤੋਂ ਲੋਕਾਂ ਨੂੰ ਸਮਝਾਵਾਂਗੇ। ਬਈ ਸਮਝ 'ਚ ਆਏਗੀ ਕਿਵੇਂ? ਤੁਸੀਂ ਦੱਸੋ ਮੈਨੂੰ। ਬਈ ਬਿਹਾਰ 'ਚ ਜਿਹੜਾ ਹੈ ਇਹ ਕਾਨੂੰਨ ਇਹਨਾਂ ਨੇ ਜਿਹੜਾ ਮੰਡੀ ਦਾ ਇਹ 2006 'ਚ ਲਾਗੂ ਕਰਤਾ। ਉੱਥੇ ਜੀਰੀ ਵਿਕਰੀ ਹੈ 1000, ਸਾਡੀ ਵਿਕਰੀ ਹੈ 1888 ਰੁਪਏ। ਬਈ ਇਹ ਗੱਲ ਸਾਡੀ ਸਮਝ 'ਚ ਆ ਜਾਏਗੀ ਵੀ ਤੁਹਾਡਾ ਬਿਹਾਰ ਮਾਡਲ ਲਾਗੂ ਕਰ ਦਈਏ ਤੇ ਤੁਹਾਡੀ 1888 ਵਿਕੇਗੀ, ਤੁਹਾਨੂੰ ਤੁਹਾਡੀ 1000 ਵਿਕੇਗੀ, ਤੁਹਾਨੂੰ ਮੁਨਾਫਾ ਹੋਏਗਾ। ਅਸੀਂ ਗੁਰਦੇ ਹਰਿਆਣੇ ਦੇ ਕਿਸਾਨ ਇੱਥੇ ਬੈਠੇ ਹੈਗੇ ਨੇ। ਅੱਜ ਖੇਤੀਬਾੜੀ ਮੰਤਰੀ ਨੇ ਹਰਿਆਣੇ ਦੀਆਂ ਜਥੇਬੰਦੀਆਂ ਨਾਲ ਗੱਲ ਕੀਤੀ ਜੀ। ਉਹ ਜਥੇਬੰਦੀਆਂ ਨਹੀਂ ਹੈ, ਉਹ ਐਪੀਏ ਹੈ। ਤੇ ਦੂਜਾ ਜਿਹੜਾ ਹੈ ਉਹ ਸਰਕਾਰ ਦੇ ਦਲਾਲ ਹੋ ਸਕਦੇ ਆ। ਕੋਈ ਕਿਸਾਨ ਜਥੇਬੰਦੀ ਤੇ ਕੋਈ ਇੱਕ ਵੀ ਨਹੀਂ ਜਾ ਸਕਦੀ, ਉਹਨਾਂ ਨਾਲ ਕਿਹੜੀ ਜਥੇਬੰਦੀ ਚਲੀ ਜਾਏਗੀ? ਉਹ ਇਹ ਡਰਾਮਾ ਕਰਦੇ ਨੇ। ਪਹਿਲਾਂ ਵੀ ਉਹਨਾਂ ਨੇ ਕੀਤਾ ਸੀ, ਇੱਕ ਦਿਨ ਮੇਰੇ ਨਾਲ ਵੀ ਝਗੜਾ ਕਰਾਇਆ ਹਰਿਆਣਾ ਭਵਨ ਦੇ ਵਿੱਚ। ਉਹ ਕਿਸਾਨ ਜਥੇਬੰਦੀਆਂ ਨਹੀਂ ਹੈ। ਤੁਸੀਂ ਅੱਜ ਕਿਸਾਨਾਂ ਨੇ ਭੁੱਖ ਹੜਤਾਲ ਰੱਖੀ, ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਨੇ ਵੀ ਭੁੱਖ ਹੜਤਾਲ ਰੱਖ ਲਈ, ਨਾਲ ਦੀ ਨਾਲ
ਕਾਂਗਰਸ ਜਿਹੜੀ ਜੰਤਰ ਮੰਤਰ ਐਮਪੀ ਬੈਠੇ ਉਹਨਾਂ ਨੇ ਵੀ ਭੁੱਖ ਹੜਤਾਲ ਸ਼ੁਰੂ ਕਰਤੀ। ਦੇਖੋ ਅਸੀਂ ਕਹਿੰਦੇ ਸਾਰਿਆਂ ਨੂੰ ਇਹ ਦੇਸ਼ ਸਾਰਿਆਂ ਦਾ ਹੈ। ਦੇਸ਼ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਜੇ ਉਹਨਾਂ ਭੁੱਖ ਹੜਤਾਲ ਰੱਖੀ ਉਹਨਾਂ ਦਾ ਧੰਨਵਾਦ ਹੈ। ਹੋਰ ਵੀ ਅਸੀਂ ਤੇ ਇਹ ਕਹਿੰਦੇ ਆ ਵੀ ਜਿਹੜੀ ਰਾਜਨੀਤਿਕ ਪਾਰਟੀਆਂ ਨੇ, ਸਾਰੀ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਲੈਵਲ ਤੇ ਗੱਲ ਚੱਕਣੀ ਚਾਹੀਦੀ ਹੈ। ਸਾਡੇ ਨਾਲ ਆ ਕੇ ਨਹੀਂ, ਸਾਡੇ ਨਾਲ ਆ ਕੇ ਤੇ ਚੱਕਣਗੇ ਫਿਰ ਤੇ ਇਹ ਹੋ ਜਾਏਗਾ ਵੀ ਇਹ ਕਰਾ ਰਹੇ ਨੇ। ਉਹਨਾਂ ਨੂੰ ਆਪਣੇ ਲੈਵਲ ਤੇ ਅਗਲਾ ਸੰਘਰਸ਼ ਕੀ ਰਹੇਗਾ? ਇੱਕ ਤੁਹਾਡਾ ਅਗਲਾ ਸੰਘਰਸ਼ ਕੀ ਰਹੇਗਾ ਹੁਣ ਜੀ? ਅਗਲਾ ਕੱਲ ਮੀਟਿੰਗ ਹੋਏਗੀ, ਮੀਟਿੰਗ ਤੋਂ ਬਾਅਦ ਫਿਰ ਫੈਸਲਾ ਲਿਆਂਗੇ ਕੀ ਕਰਾਂਗੇ। ਬਹੁਤ ਮਿਹਰਬਾਨੀ। ਸਿਰਸਾ ਸਾਹਿਬ, ਇੱਕ ਆਖਰੀ ਸਵਾਲ ਆ। ਅੱਜ ਅਰਵਿੰਦ ਕੇਜਰੀਵਾਲ ਨੇ ਵੀ ਘਰ ਬੈਠ ਕੇ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਹੈ ਤੇ ਜਿਹੜੇ ਕਾਂਗਰਸੀ ਐਮਪੀ ਬੈਠੇ ਉਹਨਾਂ ਵੀ ਜੰਤਰ ਮੰਤਰ ਭੁੱਖ ਹੜਤਾਲ ਰੱਖੀ ਹੈ। ਸ਼ੰਭੂ ਵੀ ਉਹਨਾਂ ਨੇ ਕਾਂਗਰਸ ਨੇ ਪ੍ਰੋਟੈਸਟ ਕੀਤਾ ਹੈਗਾ। ਅਕਾਲੀ ਦਲ ਕਿਤੇ ਪਿੱਛੇ ਰਹਿ ਗਿਆ ਹੈਗਾ? ਦੇਖੋ, ਤੁਹਾਨੂੰ ਥੋੜ੍ਹੇ ਦਿਨ ਸਮਝ ਆਊਗਾ। ਜੇ ਤੇ ਆਪਾਂ ਕਿਸਾਨ ਅੰਦੋਲਨ ਨੂੰ ਖਰਾਬ ਕਰਨਾ, ਉਲਝਾਉਣਾ ਹੈ, ਫਿਰ ਆਪਾਂ ਨੂੰ ਆਪਣੀ ਵੱਖਰੀ ਗੱਲ ਕਰ ਲੈਣੀ ਚਾਹੀਦੀ ਆ। ਜਦੋਂ ਆਪਾਂ ਨੂੰ ਪਤਾ ਹੈ ਕਿ ਕਿਸਾਨ ਆਪਣੀ ਲੜਾਈ ਲੜਦਾ ਪਿਆ, ਉਹਦੇ ਅੰਦਰ ਆ ਕੇ ਅਸੀਂ ਆਪਣੀ ਵੱਖਰੀ ਲੜਾਈ ਲੜੀ। ਅੱਜ ਅਸੀਂ ਇੱਥੇ ਕਿਉਂ ਖੜੇ? ਸੇਵਾ ਵਾਸਤੇ ਇੱਥੇ ਆਉਂਦੇ ਆ, ਲੰਗਰ ਪਾਣੀ ਛਕਾਉਣ ਵਾਸਤੇ ਆਉਂਦੇ ਆ। ਅਸੀਂ ਉਸ ਮੰਚ ਤੇ ਜਾ ਕੇ ਬੋਲਣ ਵਾਸਤੇ ਨਹੀਂ ਆਉਂਦੇ। ਆਪਾਂ ਨੂੰ ਕਿਸਾਨਾਂ ਦੀ ਇਹੀ ਪੋਲੀਟੀਕਲ ਪਾਰਟੀ, ਇਹੀ ਸਰਕਾਰ ਕਹਿ ਰਹੀ ਆ, ਸਰਕਾਰ ਇਹੀ ਬਾਅਦ 'ਚ ਐਲੀਗੇਸ਼ਨ ਲਾਉਂਦੀ ਆ ਵੀ ਇਹ ਪੋਲੀਟੀਕਲ ਪਾਰਟੀਆਂ ਦੀ ਲੜਾਈ ਆ, ਆਪਾਂ ਨੂੰ ਗੁਰੇਜ਼ ਕਰਨ ਦੀ ਅਜੇ ਲੋੜ ਆ। ਹਾਂ, ਲੋਕਾਂ ਨੂੰ ਭੇਜੋ ਤੁਸੀਂ ਅੰਦੋਲਨ ਅੰਦਰ, ਆਪਣੇ ਆਪਣੇ ਵਰਕਰ ਭੇਜੋ, ਇਸ ਅੰਦੋਲਨ ਨੂੰ ਮਜ਼ਬੂਤ ਕਰੋ। ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਕਿਸਾਨ ਲੜਦਾ ਪਿਆ, ਕਿਸਾਨ ਆਪਣੇ ਆਉਣ ਪਾਰਟੀਆਂ ਦੇ, ਹਰ ਪਾਰਟੀ ਦੇ ਅੰਦਰ ਕਿਸਾਨ ਨੇ। ਔਰ ਜਿਹੜੇ ਇੱਥੇ ਆਏ ਨੇ ਇਹ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਨੇ। ਅੱਜ ਅਕਾਲੀ ਵਰਕਰ, ਮੈਂ 70% ਮੈਂ ਕਹਿ ਸਕਦਾ ਇੱਥੇ ਅਕਾਲੀ ਵਰਕਰ ਘੁੰਮਦਾ, ਮੈਂ ਮਿਲਦਾ ਲੋਕਾਂ ਨੂੰ, ਪਰ ਉਹ ਅਕਾਲੀ ਦਲ ਕਰਕੇ ਨਹੀਂ, ਉਹ ਕਿਸਾਨ ਕਰਕੇ ਆਏ ਨੇ। ਉਹ ਅਕਾਲੀ ਦਲ ਜਿਹੜਾ ਇਸੇ ਤਰ੍ਹਾਂ ਆਪਣੇ ਕਿਸਾਨ ਨੂੰ ਦੇ ਵਰਕਰ ਦੇ ਤੌਰ ਤੇ ਇੱਥੇ ਜਿਹੜਾ ਨਹੀਂ ਭੇਜ ਰਿਹਾ, ਉਹਨਾਂ ਨੇ ਕਹਿ ਰਿਹਾ ਕਿ ਜਾਓ ਅੰਦੋਲਨ ਦਾ ਹਿੱਸਾ ਬਣੋ ਤਾਂ ਕਿ ਅੰਦੋਲਨ ਕਾਮਯਾਬ ਹੋਵੇ। ਲੇਕਿਨ ਅਗਰ ਆਪਾਂ ਇਹ ਕੰਮ ਕਰਾਂਗੇ ਫਿਰ ਅੰਦੋਲਨ ਜਾਂ ਸਰਕਾਰਾਂ ਨੂੰ ਬਹਾਨਾ ਮਿਲੂਗਾ। ਬੀਜੇਪੀ ਕਹਿੰਦੀ ਅਕਾਲੀ ਦਲ ਨੂੰ ਇਸ ਮਸਲੇ ਤੇ ਬੋਲਣਾ ਨਹੀਂ ਚਾਹੀਦਾ ਹੈਗਾ। ਪਹਿਲਾਂ ਸਾਡਾ ਸਾਥ ਦਿੰਦੇ ਰਹੇਗੇ ਤੇ ਹੁਣ ਉਹਨਾਂ ਦੀ ਜੋ ਜ਼ਮੀਨ ਹੋਰ ਖਿਸਕ ਗਈ ਹੈਗੀ ਤੇ ਫਿਰ ਕਿਸਾਨਾਂ ਦਾ ਸਾਥ ਦੇਣ ਲੱਗ ਪਏ। ਚਲੋ ਇਹ ਤਾਂ ਗੱਲ ਮੰਨਦੇ ਨਾ ਉਹ ਵੀ ਜਿਹੜਾ ਕਿਸਾਨੀ ਦਾ ਸਾਥ ਨਹੀਂ ਤੇ ਉਹਦੀ ਜ਼ਮੀਨ ਖਿਸਕ ਰਹੀ ਆ। ਬੀਜੇਪੀ ਨੂੰ ਫਿਰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ? ਇਹਦਾ ਮਤਲਬ ਮੰਨ ਗਏ ਨਾ ਉਹ ਵੀ ਤੁਹਾਡੇ ਕਾਨੂੰਨ ਗਲਤ ਨੇ, ਕਿਸਾਨਾਂ ਦੀ ਜ਼ਮੀਨਾਂ ਖਿਸਕਦੀਆਂ ਤੇ ਮੰਨਦੇ ਪਏ ਨੇ, ਤੇ ਫਿਰ ਅਸੀਂ ਉਹਨਾਂ ਵਰਗੇ ਕਮਲੇ ਤਾਂ ਨਹੀਂ ਹੈਗੇ। ਅਸੀਂ ਕਿਸਾਨ ਨਾਲ ਖਲੋਵਾਂਗੇ, ਸਰਕਾਰ ਨਾਲ ਨਹੀਂ। ਬਹੁਤ ਮਿਹਰਬਾਨੀ ਜੀ। ਪਰ ਰਹੀ ਗੱਲ, ਕਿਉਂਕਿ ਇਹ ਮਸਲਾ ਪੋਲੀਟੀਕਲ ਵੀ ਹੈ, ਕਿਸਾਨਾਂ ਦਾ ਹੀ ਹੈ, ਲੇਕਿਨ ਪੋਲੀਟੀਕਲ ਪਾਰਟੀਆਂ ਦੇ ਉੱਪਰ ਮਸਲਾ ਕਿਸਾਨਾਂ ਦਾ ਤੇ ਦੇਸ਼ ਦਾ। ਔਰ ਇਸੇ ਕਰਕੇ ਸਵਾਲ ਇਹ ਕੀ ਆ ਕਿ ਮਸਲਾ ਨਸਲ ਤੇ ਫਸਲ ਦਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, NB ਨਿਊਜ਼, ਦਿੱਲੀ।